ਗੱਲ ਜਨਾਬ ਇਹ ਹੈਗੀ ਆ ਕਿ ਇਹ ਤਾਂ ਤੁਹਾਨੂੰ ਪਤਾ ਹੀ ਹੈਗਾ ਵਾ ਕਿ ਬਹੁਤ ਸਾਰੇ ਜਿਹੜੇ ਨਾ ਰਾਹੀ ਸਾਹਿਬ ਐਸੇ ਖਿਦਮਤ ਖਲਕ ਵਾਲੇ ਕੰਮ ਜਿਹੜੇ ਸੀ ਨਾ ਉਹ ਬਹੁਤ ਜ਼ਿਆਦਾ ਕਰਦੇ ਸੀ। ਉਹਦੀ ਤਾਦਾਦ ਕੋਈ ਨਹੀਂ ਹੈਗੀ ਔਰ ਜੇ ਬੰਦਾ ਗਣਾਉਣ ਬਹਿ ਜਾਵੇ ਤਾਂ ਬੜਾ ਇੱਕ ਟਾਈਮ ਚਾਹੀਦਾ, ਕਿਉਂਕਿ ਮੇਰੇ ਕੋਲ 5-7 ਮਿੰਟ ਦੀ ਵੀਡੀਓ ਆ, ਇਸ ਤੋਂ ਉੱਤੇ ਨਹੀਂ। ਔਰ इंशाअल्लाह ताला मुख्तलिफ वीडियो के दौरान मैं सारे ਜਿਹੜੇ अहवाल है ना वो ਤੁਹਾਨੂੰ ਦੱਸਦਾ ਰਹਾਂਗਾ। ਗੱਲ ਇਹ ਹੈ ਜਨਾਬ ਕਿ ਸਾਥੀ ਫਨਕਾਰਾਂ ਦੀ ਇਹ ਜਿਹੜੀ ਨਾ ਰਾਏ ਆ ਸਾਰਿਆਂ ਦੀ, ਉਹਨਾਂ ਦਾ ਮਕਸਦ ਇਹ ਆ ਕਿ ਇਹ ਕਹਿਣਾ ਵਾ ਕਿ ਅਸੀਂ ਅਕਸਰ ਔਕਾਤ ਰਾਈ ਸਾਹਿਬ ਦੇ ਨਾਲ ਹੁੰਦੇ ਸੀ ਖਿਦਮਤ ਖਲਕ 'ਚ। ਐਕਟਰ ਦਾ ਸ਼ੋਭਾ ਇੱਕ ਅਲੱਗਾ ਸੀ, ਖਿਦਮਤ ਖਲਕ 'ਚ। ਖਿਦਮਤ ਖਲਕ 'ਚ ਜਨਾਬ ਖਾਲਸ ਸਲੀਮ ਮੋਠਾ, ਆਪਣਾ ਅਲਬੇਲਾ ਸਾਹਿਬ, ਇਹ ਅਕਸਰ ਔਕਾਤ ਕਹਿੰਦੇ ਆ ਕਿ ਜਦੋਂ ਇਹੋ ਜਿਹੇ ਕੰਮ ਕਰਦੇ ਸੀ ਨਾ ਉਹਦੇ ਨਾਲ ਹੁੰਦੇ ਸੀ। ਔਰ ਗੱਲ ਇਹ ਹੈਗੀ ਆ ਕਿ ਇਹ ਫਨਕਾਰ ਕਹਿ ਰਹੇ ਆ ਕਿ ਅਸੀਂ ਅਕਸਰ ਉਹਨਾਂ ਦੇ ਨਾਲ ਲਾਹੌਰ ਦੇ ਮੁਖਤਲਿਫ ਦਰਬਾਰਾਂ 'ਤੇ ਜਾਂਦੇ ਹੁੰਦੇ ਸੀ ਔਰ ਹਫ਼ਤੇ 'ਚ 2 ਵਾਰੀ। ਮਕਸਦ ਇਹ ਆ ਕਿ ਉੱਥੇ ਜਾ ਕੇ ਬਿਰਿਆਨੀ ਦੀਆਂ ਦੇਗਾਂ ਲੈ ਕੇ ਜਾਣੀਆਂ, ਮਕਸਦ ਇਹ ਆ ਤੇ ਪਲਾਓ ਲੈ ਕੇ ਜਾਣਾ ਜਾਂ ਕੋਰਮਾ ਲੈ ਕੇ ਜਾਣਾ, ਅੱਛਾ ਖਾਣਾ ਹਮੇਸ਼ਾ ਉਹ ਲੈ ਕੇ ਜਾਂਦੇ ਹੁੰਦੇ ਸੀ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉੱਥੇ ਬੈਠ ਕੇ ਖੁਦ ਖਾਣਾ ਤਕਸੀਮ ਕਰਦੇ ਹੁੰਦੇ ਸੀ। ਔਰ ਤਕਸੀਮ ਦੇ ਦੌਰਾਨ ਕਈ ਦਫਾ ਉਹਨਾਂ ਦੇ ਕੱਪੜੇ ਖਰਾਬ ਹੋ ਜਾਣੇ, ਕਫ ਖਰਾਬ ਹੋ ਜਾਣੇ, ਇੱਥੋਂ ਉਹਨਾਂ ਨੂੰ ਕਹਿਣਾ ਰਾਏ ਸਾਹਿਬ ਤੁਸੀਂ ਸਾਈਡ ਤੋਂ ਜੋ ਅਸੀਂ ਕਰ ਦਿੰਦੇ ਹਾਂ। ਕਹਿ ਨਹੀਂ ਯਾਰ, ਜੇ ਇਸ ਕੰਮ 'ਚ ਇਸ ਕੱਪੜੇ ਖਰਾਬ ਕਰਨ 'ਚ ਇਹਨਾਂ ਦੀ ਖਿਦਮਤ ਕਰਨ 'ਚ ਜਿਹੜਾ ਮੈਨੂੰ ਮਜ਼ਾ ਆ ਨਾ ਉਹ ਮੈਨੂੰ ਕਿਤੇ ਵੀ ਨਹੀਂ ਮਿਲਦਾ। ਸਹੀ ਪੁੱਛੋ ਤੇ ਹੁਣ ਤੁਸੀਂ ਦੇਖੋ ਦਰਵੇਸ਼ ਨਹੀਂ ਤੇ ਹੋਰ ਕੀ ਆ। ਇਸੇ ਤਰ੍ਹਾਂ ਦਾ ਜਨਾਬ ਵਾਕਿਆ, ਕਿਉਂਕਿ ਆਪਣੀ ਸਟੋਰੀ ਥੋੜ੍ਹੀ ਲੰਬੀ ਹੋ ਜਾਣੀ ਹੈ ਤੇ ਮੈਂ ਜ਼ਰਾ ਕਲੋਜ਼ ਕਰਾਂ। ਇਸ ਤਰ੍ਹਾਂ ਦਾ ਇੱਕ ਦੂਸਰਾ ਵਾਕਿਆ ਕਿ ਦੱਸ ਰਹੇ ਆ ਕਿ ਲਾਹੌਰ ਦੇ ਅੰਦਰ 100 ਘਰਾਂ ਦੀ ਕਫਾਲਤ ਕਰਦੇ ਸੀ ਉਹ ਉਸ ਵਕਤ। ਹਾਲਾਂਕਿ ਇਹਦੇ ਵਾਸਤੇ ਇੱਕ ਟਰਸਟ ਚਾਹੀਦਾ, ਯੂਨੀਅਨ ਚਾਹੀਦੀ ਹੈ, ਇਹਦੇ 'ਚ ਬਹੁਤ ਸਾਰੇ ਲੋਕਾਂ ਦੀ ਹੈਲਪ ਚਾਹੀਦੀ ਆ, ਫਿਰ ਜਾ ਕੇ ਹੈਲਪ ਹੁੰਦੀ। ਲੇਕਿਨ ਉਹ ਇਕੱਲੇ ਕਰ ਰਹੇ ਸੀ ਔਰ ਜ਼ਰੀਆ ਰੋਜ਼ਗਾਰ ਕੀ ਸੀ ਉਹਨਾਂ ਦਾ? ਸਿਰਫ ਫਿਲਮ ਇੰਡਸਟਰੀ। ਠੀਕ ਹੈ ਜੀ। ਔਰ ਉਹਨਾਂ ਨੇ ਇਹ ਕੰਮ ਕੀਤਾ ਕਿ ਏਜ ਵਿੱਚ ਵੀ 50 ਸਾਲ ਤੋਂ ਉੱਤੇ ਸੀ ਉਦੋਂ, ਇਹ ਉਸ ਏਜ ਵਿੱਚ ਵੀ ਰਾਤ ਦਿਨ ਕੰਮ ਕੀਤਾ, ਆਪਣੇ ਵਾਸਤੇ ਨਹੀਂ, ਉਹਨਾਂ ਗਰੀਬ ਗੁਰਬਾ ਲੋਕਾਂ ਵਾਸਤੇ, ਉਹਨਾਂ ਯਤੀਮ ਬੱਚੀਆਂ ਵਾਸਤੇ, ਉਹਨਾਂ ਦੇ ਘਰ ਦੇ ਵਿੱਚ ਜਿਹੜਾ ਨਾ ਰਾਸ਼ਨ ਪੂਰਾ ਕਰਨ ਵਾਸਤੇ ਸਾਰੀ ਦਿਨ ਰਾਤ ਕੰਮ ਕਰਦੇ ਰਹੇ। ਔਰ ਠੀਕ ਹੈ, ਇਹਦੇ ਨਾਲ ਫਿਰ ਆਪਣੀ ਮਸਰੂਫੀਅਤ ਅਲੱਗਾ ਜਿਹੜੀ ਰੂਹਾਨੀਅਤ ਨਾਲ ਤਾਲੁਕ ਸੀ, ਜਿਹਦਾ ਮਕਸਦ ਇਹ ਆ ਕਿ ਉਹ ਇੱਕ ਅਲੱਗਾ ਮਾਮਲਾ ਸੀ। ਅਤੇ ਜਨਾਬ ਉਹਨਾਂ ਜਿਹੜੇ ਨਾ ਉਸ ਵਾਕਿਆਤ, ਉਹਨਾਂ ਦੇ ਵਿੱਚੋਂ ਇੱਕ ਵਾਕਿਆਤ ਐਸਾ ਹੋਇਆ ਜਿਹੜਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਵਾਕਿਆ ਇਹ ਸੀ ਕਿ ਇੱਕ ਦਿਨ ਕਹਿੰਦੇ ਆ ਕਿ ਉਹ ਆ ਕੇ ਆਪਣਾ ਕੰਮ ਕਰ ਰਹੇ ਸੀ ਸਟੂਡੀਓ ਦੇ ਅੰਦਰ, ਆਪਣੇ ਸ਼ੂਟਿੰਗਾਂ ਵਗੈਰਾ 'ਚ ਲੱਗੇ ਹੋਏ ਸੀ। ਇੱਕ ਔਰਤ ਸੁਬਾਹ ਤੋਂ ਆਈ ਆ ਅਤੇ ਉਹਨੂੰ ਤਕਰੀਬਨ 5-6-7 ਘੰਟੇ ਸ਼ਾਮ ਪੈ ਗਈ ਉਹਨਾਂ ਨਾਲ ਕੋਈ ਗੱਲ ਕਰਨੀ ਹੈ। ਚਲੋ ਜੀ, ਉਹ ਵਿਚਾਰੇ ਆਪਣੀ ਸ਼ੂਟਿੰਗਾਂ ਵਗੈਰਾ ਤੋਂ ਜਦੋਂ ਕੰਮ ਹੁੰਦਾ ਮੁੱਕਿਆ, ਉਹ ख़त्म ਕਰਕੇ ਜਦੋਂ ਬਾਹਰ ਆਏ ਆ ਅਤੇ ਗੱਡੀ ਐਵੇਂ ਬਾਹਰ ਨਿਕਲੀ ਆ, ਉਹ ਔਰਤ ਜਿਹੜੀ ਸੀ ਉਹ ਗੱਡੀ ਦੇ ਅੱਗੇ ਆ ਗਈ। ਉਹਨੇ ਕਿਹਾ ਯਾਰ ਇਹ ਬਈ ਕੌਣ ਹੈਗੀ ਆ, ਕੀ ਮਸਲਾ ਇਹਦਾ? ਖੈਰ ਰਾਹੀ ਸਾਹਿਬ ਨੇ ਕਿਹਾ ਵੀ ਕੋਈ ਸਵਾਲੀ ਹੋਏਗੀ ਨਾ, ਕੋਈ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੋਏਗੀ। ਉਹਨਾਂ ਨੇ ਆਪਣੇ ਜੇਬ 'ਚੋਂ 2-4-5 ਹਜ਼ਾਰ ਕੱਢਿਆ, ਜੋ ਵੀ ਸੀ ਉਸ ਵੇਲੇ ਦਾ ਮਕਸਦ ਇਹ ਆ। ਉਹਨੇ ਕਿਹਾ ਲਾਮਾ, ਉਹਨੇ ਕਿਹਾ ਜੀ ਨਹੀਂ, ਮੈਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਹੜਾ ਸਾਡੇ ਘਰਾਂ 'ਚੋਂ ਪੈਸਾ ਜਾ ਰਿਹਾ ਨਾ, ਜਿਹਦੀ ਵਜ੍ਹਾ ਤੋਂ ਅਸੀਂ ਇਹ ਸਾਰਾ ਖਾ ਪੀ ਰਹੇ, ਉਹ ਵੀ ਤੁਹਾਡੇ ਹੀ ਤਵੱਸਸ ਨਾਲ ਆ ਰਿਹਾ, ਅੱਲਾ ਦੀ ਮਿਹਰਬਾਨੀ ਆ, ਔਰ ਉਹ ਤੁਹਾਡੇ ਜ਼ਰੀਏ ਨਾਲ ਹੀ ਆ ਰਿਹਾ। ਅੱਛਾ, ਉਹਨੇ ਕਿਹਾ ਫਿਰ ਅੰਮਾ ਹੋਰ ਕੀ ਗੱਲ ਹੈਗੀ ਆ, ਹੋਰ ਕੀ ਕੰਮ ਆ ਤੈਨੂੰ ਮੇਰੇ ਨਾਲ? ਉਹ ਮਾਈ ਕਹਿਣ ਲੱਗੀ, ਉਹਨੇ ਅਜੀਬ ਫਰਮਾਇਸ਼ ਕਰਤੀ, ਐਸੀ ਫਰਮਾਇਸ਼ ਕਿ ਜਿਹੜਾ ਮੈਂ ਕਹਾਂਗਾ ਕਿ ਸ਼ਾਇਦ ਇਸ ਦੌਰ ਦੇ ਕਿਸੇ MNA MP ਨੂੰ ਕਹਾਂ ਨਾ, ਜਿਹਨੂੰ ਸਿਰਫ ਜਾਣਦੇ ਹੀ ਸ਼ਹਿਰ ਵਾਲੇ ਹੁੰਦੇ ਆ, ਉਹ ਵੀ ਨਾ ਆਵੇ। ਇਹ ਪੈਸਾ ਤਾਂ ਬਹੁਤ ਦੂਰ ਦੀ ਗੱਲ ਆ ਨਾ, ਵੀ ਅਮੀਰ ਹੋਣਾ, ਜਿਹਦੀ ਥੋੜ੍ਹੀ ਜਿਹੀ ਸ਼ੋਹਰਤ ਹੁੰਦੀ ਆ ਕਿ ਆਪਣੇ ਹਲਕੇ ਦੇ ਅੰਦਰ ਹੀ, ਉਹ ਵੀ ਨਾ ਤੁਹਾਡੀ ਸ਼ਾਦੀ ਜਾਂ ਤੁਹਾਡੇ ਵਿਆਹ ਜਾਂ ਤੁਹਾਡੇ ਉਮਰ, ਉਹ ਵੀ ਮੁਸ਼ਕਿਲ, ਕੋਈ ਕੌਂਸਲਰ ਰਹੀ ਹੈ ਸ਼ਾਇਦ ਕੋਈ ਆ ਜਾਵੇ। ਤੇ ਮਕਸਦ ਹੈ ਹੁਣ ਦੇਖੋ ਉਸ ਔਰਤ ਦੀ ਫਰਮਾਇਸ਼ ਦੇਖੋ, ਉਸ ਔਰਤ ਨੇ ਫਰਮਾਇਸ਼ ਇਹ ਕੀਤੀ ਜੀ ਮੇਰੀ ਬੇਟੀ ਦੀ ਸ਼ਾਦੀ ਆ, ਮੇਰੀ ਬੇਟੀ ਦੀ ਫਰਮਾਇਸ਼ ਇਹ ਆ ਕਿ ਹਾਜੀ ਸੁਲਤਾਨ ਰਾਈ ਆਵੇ, ਮੇਰੀ ਡੋਲੀ ਨੂੰ ਕੰਧਾ ਦੇਵੇ, ਔਰ ਉਹੀ ਮੇਰਾ ਮਕਸਦ ਕਹਿਣ ਦਾ ਆ ਕਿ ਨਿਕਾਹ ਪੜ੍ਹਾਵੇ, ਅਤੇ ਫਿਰ ਮੈਂ ਰੁਖਸਤ ਹੋਣਾ, ਨਹੀਂ ਤਾਂ ਮੈਂ ਨਹੀਂ ਜਾਣਾ।
ਹੁਣ ਉਹ ਫਰਮਾਇਸ਼ ਐਸੀ ਸੀ, ਉੱਧਰੋਂ ਇੱਕ ਇੰਟਰਨੈਸ਼ਨਲ ਲੈਵਲ ਦਾ ਇੱਕ ਆਦਮੀ ਸੀ, ਉਹਦਾ ਇਸ ਤਰ੍ਹਾਂ ਕਿਸੇ ਮੁਹੱਲੇ 'ਚ ਆਉਣਾ ਹੋਇਆ ਵੀ ਬੜਾ ਅਜੀਬ ਸੀ। ਮਕਸਦ ਇਹ ਆ, ਹੁਣ ਉਹ ਗੱਲ ਇਹ ਆ ਕਿ ਜਦੋਂ ਉਹਨੇ ਗੱਲ ਕੀਤੀ ਨਾ, ਉਹ ਕਹਿੰਦਾ ਅੰਮਾ ਇਹ ਸਿਚੁਏਸ਼ਨ ਕੁਛ ਹੈ ਤੇ ਅਜੀਬ ਜਿਹੀ ਆ, ਇਹ ਤੇ ਮੈਂ ਰੁਖਸਤ ਹੋਣਾ ਨਹੀਂ ਤੇ ਮੈਂ ਜਾਣਾ ਨਹੀਂ, ਔਰ ਕੰਧਾ ਵੀ ਤੁਸੀਂ ਦੇਵੋਗੇ ਡੋਲੀ ਨੂੰ। ਹਾਜੀ ਕਹਿੰਦਾ ਯਾਰ ਬੜੀ ਸਿਚੁਏਸ਼ਨ ਅਜੀਬ ਹੋ ਗਈ। ਖੈਰ ਚਲੋ, ਹਾਜੀ ਸਾਹਿਬ ਨੇ ਸੋਚਿਆ, ਉਹਨੇ ਕਿਹਾ ਯਾਰ ਕੀ ਹੋਇਆ, ਸੁਣਿਆ ਉਹ ਬੱਚੀ ਯਤੀਮ ਆ, ਉਹਦਾ ਬਾਪ ਨਹੀਂ ਹੈ ਸਿਰ ਤੇ, ਪਤਾ ਨਹੀਂ ਉਹਦੇ ਕਿੰਨੇ ਅਰਮਾਨ ਆ, ਸ਼ਾਇਦ ਉਹ ਸ਼ਫਕਤ ਚਾਹੁੰਦੀ ਆ, ਭਰਾ ਦਾ ਹੱਥ ਚਾਹੁੰਦੀ ਆ, ਕੀ ਹੈਗਾ ਵਾ। ਚਲੋ ਜੀ ਬਾਹਰ ਉਹਨੇ ਨਾ, ਹਾਜੀ ਸਾਹਿਬ ਨੇ ਸੋਚਿਆ, ਉਹਨੇ ਆਪਣੇ ਸੈਕਟਰੀ ਨੂੰ ਕਿਹਾ, ਉਹਨੇ ਕਿਹਾ ਕੱਢ ਬਈ ਜ਼ਰਾ ਕਾਪੀ ਕੱਢ, ਉਸ ਦਿਨ ਚੈੱਕ ਕਰ ਕਿ ਆਪਣੀ ਸ਼ੂਟਿੰਗ ਵਗੈਰਾ ਜਾਂ ਆਪਣੀ ਮਸਰੂਫੀਅਤ ਕੀ ਹੈ। ਉਹਨੇ ਕਾਪੀ ਕੱਢੀ, ਉਹਨੇ ਕਿਹਾ ਜੀ ਇਸ ਦਿਨ ਤੇ ਆਪਾਂ ਪਿੰਡੀ ਜਾਣਾ, ਮਕਸਦ ਹੈ ਆਪਣੀ ਸ਼ੂਟਿੰਗ ਆ, ਆਪਾਂ ਸੁਬਾਹ ਦਾ ਚਲਾ ਜਾਣਾ। ਉਹਨੇ ਕਿਹਾ ਯਾਰ ਕੰਮ ਖਰਾਬ ਹੋ ਗਿਆ। ਉਹਨੇ ਕਿਹਾ ਯਾਰ ਇਹ ਫੋਨ ਕਰ, ਆਪਣੇ ਸੈਕਟਰੀ ਨੂੰ ਕਿਹਾ ਫੋਨ ਕਰ ਸ਼ੂਟਿੰਗਾਂ ਵਾਲਿਆਂ ਨੂੰ, ਇਹ ਨਾ ਜਿਹੜੇ ਹਦਾਇਤਕਾਰ ਫਿਲਮ ਸਟਾਰ, ਉਹਨਾਂ ਕੋਲ ਟਾਈਮ ਅੱਗੇ ਪਿੱਛੇ ਕਰਵਾ, ਆਪਾਂ ਇਸ ਯਤੀਮ ਬੱਚੀ ਦੀ ਜਿਹੜੀ ਹੈ ਨਾ ਡੋਲੀ ਲਾਜ਼ਮੀ ਉਠਾਉਣੀ ਆ, ਕੰਧਾ ਵੀ ਦੇਣਾ ਵਾ, ਔਰ ਇਹ ਫਰਜ਼ ਜ਼ਰੂਰ ਅਦਾ ਕਰਨਾ। ਲੋ ਜੀ ਬੜੀ ਅਜੀਬ ਗੱਲ ਹੋ ਗਈ। ਮਕਸਦ ਇਹ ਆ, ਉਹਨਾਂ ਨੇ ਟਾਈਮ ਟੇਬਲ ਅੱਗੇ ਪਿੱਛੇ ਕਰ ਲਿਆ, ਦਿਨ ਆਇਆ ਸ਼ਾਦੀ ਦਾ ਦਿਨ ਆ ਗਿਆ। ਮਕਸਦ ਇਹ ਆ, ਤੇ ਲੋਕਾਂ ਦੇ ਜ਼ਿਹਨ 'ਚ ਵੀ ਨਹੀਂ ਸੀ ਵੀ ਨਹੀਂ ਯਾਰ ਕੀ ਪਤਾ ਰਾਈ ਸਾਹਿਬ ਐਡੇ ਵੱਡੇ ਐਕਟਰ ਆਉਂਦੇ ਆ ਭਲਾਓ। ਰਾਈ ਸਾਹਿਬ ਟਾਈਮ ਤੋਂ ਪਹਿਲੇ ਪਹੁੰਚ ਗਏ। ਟਾਈਮ 'ਤੇ ਪਹਿਲੇ ਪਹੁੰਚਣਾ ਤਾਂ ਵੈਸੇ ਹੀ ਉਹਨਾਂ ਦੀ ਫਿਤਰਤ ਸੀ, ਕਿਉਂਕਿ ਉਹਨਾਂ ਨੇ ਕਦੀ ਕਿਸੇ ਨੂੰ ਪਰੇਸ਼ਾਨ ਕੀਤਾ ਹੀ ਨਹੀਂ ਸੀ ਅੱਜ ਤੱਕ। ਲਓ ਜੀ ਟਾਈਮ ਤੋਂ ਪਹਿਲੇ ਪਹੁੰਚ ਗਏ ਆ। ਕਹਿੰਦੇ ਕਿ ਸਾਰਾ ਜਿਹੜਾ ਸੀ ਸ਼ਾਦੀ ਦਾ ਉਹ ਅਹਿਵਾਲ ਉਹ ਤਿਆਰ ਸੀ, ਸਿਰਫ ਇੰਤਜ਼ਾਰ ਸੀ ਹਾਜੀ ਸਾਹਿਬ ਦਾ। ਹਾਜੀ ਸਾਹਿਬ ਪਹੁੰਚ ਗਏ, ਹਾਜੀ ਸਾਹਿਬ ਗਏ ਜਾ ਕੇ ਖੁਦ ਹਾਜੀ ਸਾਹਿਬ ਨੇ, ਹਾਜੀ ਸੁਲਤਾਨ ਰਹੀ ਸਾਹਿਬ ਨੇ ਉਸ ਬੱਚੀ ਦਾ ਨਿਕਾਹ ਖੁਦ ਐਜ਼ ਏ ਮੌਲਵੀ ਦੀ ਹੈਸੀਅਤ ਨਾਲ ਖੁਦ ਪੜ੍ਹਾਇਆ, ਔਰ ਨਿਕਾਹ ਖੁਦ ਪੜ੍ਹਾ ਕੇ ਸਾਰਾ ਰਸਮ ਜਿਹੜੀ ਸੀ ਉਹ ਪੂਰੀ ਕਰਵਾ ਕੇ, ਸ਼ਰਈ ਰਸਮ ਪੂਰੀ ਕਰਵਾ ਕੇ, ਫਿਰ ਜੇਬ 'ਚੋਂ ਕੁਛ ਪੈਸੇ ਕੱਢੇ। ਹੁਣ ਉਸ ਵਕਤ ਉਹ 5000 10,000 50,000 ਕੀ ਸੀ, ਹਮੇਸ਼ਾ ਉਹ ਅੱਛੇ ਲੈਵਲ ਨਾਲ ਹੀ ਹੈਲਪ ਕਰਦੇ ਹੁੰਦੇ ਸੀ। ਉਹਨਾਂ ਨੇ ਜਦੋਂ ਉਹ ਪੈਸੇ ਦੇ ਦਿੱਤੇ, ਹੱਥ ਰੱਖਤਾ, ਆਓ ਜੀ ਹੁਣ ਅਲਵਿਦਾ ਕਰੀਏ, ਡੋਲੀ 'ਚ ਬਿਠਾਇਆ। ਮਕਸਦ ਹੁਣ ਦੇਖੋ ਕਿੱਡੀ ਅਜੀਬ ਸਿਚੁਏਸ਼ਨ ਆ ਗਈ। ਜਦੋਂ ਡੋਲੀ 'ਚ ਬਿਠਾਇਆ, ਉਹ ਜਿਹੜੇ ਸੀ ਬੈਂਡ ਬਾਜੇ ਵਾਲੇ ਦੂਸਰੇ ਤੀਸਰੇ ਆਏ ਹੋਏ, ਉਹਨਾਂ ਨੇ ਦੇਖਿਆ ਯਾਰ ਇਹ ਤੇ ਅਜੀਬ ਕੰਮ ਹੋ ਗਿਆ, ਇਹ ਤੇ ਹਾਜੀ ਸਾਹਿਬ ਦੀ ਫਲਾਣੀ ਫਿਲਮ ਦਾ ਇੱਕ ਸੀਨ ਆ। ਮਕਸਦ ਇਹ ਹੈ ਕਿ ਉਸ ਦਾ ਰੀਅਲ 'ਚ ਵਾਕਿਆ ਹੋ ਗਿਆ। ਮਕਸਦ ਇਹ ਆ, ਉਹਨਾਂ ਨੇ ਜਦੋਂ ਜਨਾਬ ਡੋਲੀ ਨੂੰ ਕੰਧਾ ਦਿੱਤਾ ਨਾ, ਤੇ ਉਹਨਾਂ ਨੇ ਵੀ ਦੇਖੋ, ਮਕਸਦ ਇਹ ਆ ਕਿ ਉਹਨਾਂ ਨੇ ਉਹ ਬਸ਼ੀਰਾ ਫਿਲਮ ਦਾ ਉਹ ਜਿਹੜਾ ਬੇਟੀ ਨੂੰ ਰੁਖਸਤ ਕਰਨ ਵਾਲਾ ਗਾਣਾ ਸੀ ਨਾ, ਉਹਦੀ ਧੁਨ ਚਲਾਤੀ। ਬਣ ਗਿਆ ਉਸੇ ਇੱਕ ਅਜੀਬ ਜਿਹਾ ਇੱਕ ਸਿਚੁਏਸ਼ਨ ਪੈਦਾ ਹੋ ਗਈ, ਅਫਸਰਦਾ ਵੀ ਔਰ ਜਿਵੇਂ ਕਹਿੰਦੇ ਆ ਖੁਸ਼ੀ ਦੀ ਵੀ। ਬਹਰਹਾਲ ਹਾਜੀ ਸੁਲਤਾਨ ਅਲੀ ਸਾਹਿਬ ਕਹਿੰਦੇ ਖੁਦ ਵੀ ਬੜੇ ਇਮੋਸ਼ਨਲ ਜਿਹੇ ਔਰ ਬੜੇ ਅਫਸਰਦਾ, ਔਰ ਬੜੀ ਇੱਕ ਚਿਹਰੇ 'ਤੇ ਇੱਕ ਰੌਣਕ ਵੀ ਸੀ ਕਿ ਸ਼ਾਇਦ ਜਿਹੜਾ ਮੈਂ ਅੱਜ ਕੰਮ ਕੀਤਾ ਨਾ, ਇਹਦੀ ਉਹਨਾਂ ਨੂੰ ਇੰਨੀ ਤਸੱਲੀ ਹੋ ਰਹੀ ਸੀ ਉਹਨਾਂ ਦੇ ਜ਼ਿਹਨ 'ਚ, ਉਹਨਾਂ ਦੀ ਰੂਹ ਨੂੰ, ਕਿ ਬੰਦਾ ਸੋਚ ਨਹੀਂ ਸਕਦਾ। ਲਓ ਜੀ ਉਹ ਵਕਤ ਜਿਹੜਾ ਸੀ ਨਾ ਉਹ ਪੂਰਾ ਕਰਵਾਇਆ। ਪੂਰਾ ਕਰਵਾਉਣ ਤੋਂ ਬਾਅਦ ਉਹ ਬੱਚੀ ਨੂੰ ਵਿਦਿਆ ਕੀਤਾ, ਅਲਵਿਦਾ ਕਰਕੇ ਨਾ, ਤੇ ਉਹਨਾਂ ਨੇ ਕਹਿੰਦੇ ਆ ਕਿ ਆਪਣੇ ਜਿਹੜੇ ਨਾਲ ਦੇ ਅਹਿਬਾਬ ਦੋਸਤ ਵਗੈਰਾ ਸੀ ਨਾ, ਉਹਨਾਂ ਨੂੰ ਕਿਹਾ ਯਾਰ ਜਿਹੜੀ ਇਸ ਬੱਚੀ, ਇਸ ਯਤੀਮ ਬੱਚੀ ਦਾ ਇਹ ਕੰਮ ਕਰਕੇ, ਇਹਦੇ ਨਾਲ ਇਹਦਾ ਪਿਓ ਭਰਾ ਬਣ ਕੇ ਜਿਹੜੀ ਮੈਨੂੰ ਅੱਜ ਤਸਕੀਨ ਮਿਲੀ ਹੈ ਨਾ, ਯਕੀਨ ਕਰੋ ਕਿ ਬਸ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੇਰੀ ਕੀ ਕੈਫੀਅਤ ਆ। ਉਹ ਕੈਫੀਅਤ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਮੈਨੂੰ ਬਹੁਤ ਖੁਸ਼ੀ ਹੋਈ ਆ, ਮੈਂ ਬਹੁਤ ਮੁਤਮੈਨ ਹਾਂ। ਔਰ ਦੇਖੋ ਤੁਸੀਂ ਮੈਨੂੰ ਇਹ ਦੱਸੋ, ਕਿਆ ਇੱਕ ਐਕਟਰ ਹੋਣ ਦੇ ਨਾਤੇ ਦਿਖਾਓ ਮੈਨੂੰ, ਐਕਟਰ ਤੇ ਹਜ਼ਾਰਾਂ ਹਾਂ ਹੋਣਗੇ, ਲੱਖਾਂ ਹਾਂ ਪੈਦਾ ਹੋਏ, ਕਰੋੜਾਂ ਹਾਂ ਹੈਗੇ ਆ। ਆਪਣੇ ਤੁਸੀਂ ਚਲੇ ਜਾਓ ਇੱਧਰ ਆਪਣੇ ਹਮਸਾਇਆ ਮੁਲਕ ਇੰਡੀਆ, ਉੱਥੇ ਅਰਬਪਤੀ ਐਕਟਰ ਹੈਗੇ ਆ। ਮਕਸਦ ਇਹ ਸਭ ਕੁਛ ਕਰਦੇ ਆ, ਠੀਕ ਆ। ਦੱਸੋ ਕਿਸੇ ਨੇ ਕੋਈ ਇਹੋ ਜਿਹਾ ਵਾਕਿਆ ਕੀਤਾ ਹੋਵੇ। ਪਾਕਿਸਤਾਨ ਤੁਸੀਂ ਦੇਖ ਲਵੋ, ਇੱਥੇ ਅਰਬਾਂ ਰੁਪਇਆ ਕਮਾਉਣ ਵਾਲੇ, ਉਹਨਾਂ ਦੀ ਬੇਇੰਤਹਾ ਅਸਾਸੇ ਆ। ਦੱਸੋ ਮੈਨੂੰ ਕਦੀ ਕਿਸੇ ਨੂੰ ਮਿਲਣਾ ਵੀ ਪਸੰਦ ਕੀਤਾ ਹੋਵੇ ਤੇ। ਔਰ ਇਸ ਤਰ੍ਹਾਂ ਇੱਕ ਗਰੀਬ ਗੁਰਬੇ ਦੇ ਘਰ ਜਾ ਕੇ ਇਹ ਕੰਮ ਕਰਨਾ ਕੋਈ ਆਮ ਗੱਲ ਨਹੀਂ। ਇੱਥੋਂ ਹੀ ਮੈਂ ਕਹਿੰਦਾ ਵਾਂ ਕਿ ਐਕਟਰ ਨਹੀਂ,
ਮੈਂ ਉਹਨੂੰ ਫਿਲਮੀ ਦੁਨੀਆ ਦਾ ਦਰਵੇਸ਼ ਕਹਿੰਦਾ। ਔਰ ਦਰਵੇਸ਼ ਕਹਿਣ ਵਾਸਤੇ ਤੁਹਾਡੇ ਦਿਲ ਤੇ ਦਿਮਾਗ ਦੇ ਅੰਦਰ ਰੂਹਾਨੀਅਤ ਦੀ ਅੱਖ ਹੋਣੀ ਚਾਹੀਦੀ ਆ। ਤੁਹਾਨੂੰ ਖੁਦ ਬ ਖੁਦ ਨਜ਼ਰ ਆ ਜਾਏਗਾ ਕਿ ਉਹ ਕਿੱਡਾ ਵੱਡਾ ਦਰਵੇਸ਼ ਸੀ। ਓਕੇ ਜਨਾਬ, ਇਨਸ਼ਾਅੱਲਾ ਫਿਰ ਕਿਸੇ ਨਵੇਂ ਕਿਸੇ ਨਾਲ ਇਹਨਾਂ ਦੀ ਫਿਰ ਹਾਜ਼ਰ ਹੋਵਾਂਗੇ, ਫਿਰ ਇਨਸ਼ਾਅੱਲਾ ਗੱਲਬਾਤ ਕਰਾਂਗੇ। ਉਨੀ ਦੇਰ ਤੱਕ ਇਜਾਜ਼ਤ ਦਿਓ। अस्सलाम वालेकुम।